ਖੇਤੀਬਾੜੀ ਖੇਤਰ ਦੇ ਵਿਕਾਸ ਵਿੱਚ ਔਰਤਾਂ ਦੀ ਭੂਮਿਕਾ ਬੇहद ਅਹਿਮ ਰਹੀ ਹੈ। ਇਸ ਅਜੋਕੀ ਭੂਮਿਕਾ ਵਿੱਚ ਔਰਤਾਂ ਦਾ ਯੋਗਦਾਨ ਮਹੱਤਵਪੂਰਨ ਤਾਂ ਹੈ, ਪਰ ਇਸ ਯੋਗਦਾਨ ਨੂੰ ਬਹੁਤ ਘੱਟ ਹੀ ਸਨਮਾਨਿਤ ਮੰਚ ਨਸੀਬ ਹੋਇਆ ਹੈ। ਅੱਜ ਵੀ ਸਾਡੇ ਸੂਬੇ ਪੰਜਾਬ ਵਿੱਚ ਕੁੱਲ ਕੰਮ ਕਰ ਰਹੀਆਂ ਔਰਤਾਂ ਵਿੱਚੋਂ ਖੇਤੀ ਨਾਲ ਜੁੜੀਆਂ ਬਤੌਰ ਮਜ਼ਦੂਰ ਔਰਤਾਂ ਦੀ ਫੀਸਦ ਸਿਰਫ 21.6% ਹੀ ਹੈ। ਇਹ ਅੰਕੜੇ ਸੰਬੰਧਿਤ ਹਨ ਔਰਤ ਪੇਂਡੂ ਮਜ਼ਦੂਰਾਂ ਦੇ ਨਾਲ। ਪਰ ਹਕੀਕਤ ਵਿੱਚ ਜੇਕਰ ਅਸੀਂ ਆਪਣੇ ਖੇਤੀ ਵਿੱਚ ਝਾਤ ਮਾਰੀਏ, ਖੇਤੀ ਦੀ ਬਣਤਰ ਵੱਲ ਦੇਖੀਏ, ਤਾਂ ਪਿੰਡਾਂ ਦੀਆਂ 80% ਔਰਤਾਂ ਖੇਤੀ ਧੰਦੇ ਨਾਲ ਸਿੱਧੇ ਜਾਂ ਸਿੱਧੇ ਤੌਰ ਤੇ ਜੁੜੀਆਂ ਨੇ। मेरा नाम हरिंदर कौर है। मैं पिंड बीरबलपुरा की रहने वाली हाँ। मेरे कोल करीब 30 एकड़ ज़मीन है, जिदा कि पिछले 10 साल तो मैं खुद खेती कर रही हूँ। सो मैं इंटरनेशनल किसान महिला दिवस जो है उस बारे यही कहांगी कि ਜਿਹੜਾ ਇਹ ਯੋਗਦਾਨ ਹੈਗਾ, ਜੋ ਵੀ ਇਹ ਦਿਨ ਮਨਾਇਆ ਜਾ ਰਿਹਾ, ਇਹਦੇ ਵਿੱਚ ਅਸੀਂ ਪੰਜਾਬ ਦਾ ਜਿਹੜਾ ਸਾਡਾ ਏਰੀਆ ਵਾ, ਇਹ ਇੱਕ ਬੜਾ ਪ੍ਰਮੁੱਖ ਖੇਤੀ ਪ੍ਰਧਾਨ ਦੇਸ਼ ਹੈਗਾ, ਏਰੀਆ ਹੈਗਾ। ਤੇ ਇਹਦੇ ਵਿੱਚ ਜਿਹੜਾ ਸਾਨੂੰ ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਕਿ ਖੇਤੀ ਦੇ ਵਿੱਚ ਅਸੀਂ ਬਹੁਤ ਸਾਰੀਆਂ ਮੱਲਾਂ ਮਾਰੀਆਂ, ਪਰ ਹੁਣ ਸਾਨੂੰ ਮਹਿਲਾਵਾਂ ਨੂੰ ਵੀ ਇਸ ਖੇਤਰ 'ਚ ਆ ਕੇ ਆਪਣਾ ਯੋਗਦਾਨ ਪਾ ਕੇ ਔਰ ਆਪਣਾ ਜੌਹਰ ਦਿਖਾਉਣਾ ਪੈਣਾ ਕਿ ਅਸੀਂ ਵੀ ਇੱਕ ਵਧੀਆ ਇੰਟਰਨੈਸ਼ਨਲ ਵੂਮਨ ਡੇ ਜੇ ਅੱਗੇ ਤੋਂ ਸੈਲੀਬ੍ਰੇਟ ਕਰੀਏ ਤਾਂ ਸਾਡੇ ਕੋਲ ਕਰੀਬ ਇਹਦੇ ਵਿੱਚ ਅੱਛਾ ਯੋਗਦਾਨ ਦਿਖਾਉਣ ਲਈ ਹੋਵੇ। ਸੋ ਮੈਂ ਇਹੀ ਕਹਾਂਗੀ ਕਿ ਇੰਟਰਨੈਸ਼ਨਲ ਮਹਿਲਾ ਕਿਸਾਨ ਦਿਵਸ ਦੇ ਉੱਪਰ ਕਿ ਵੱਧ ਤੋਂ ਵੱਧ ਮਹਿਲਾਵਾਂ ਆਪਣੇ ਘਰਾਂ 'ਚੋਂ ਬਾਹਰ ਆ ਕੇ ਔਰ ਆਪਣੇ ਵਾਤਾਵਰਨ ਨੂੰ ਸੰਭਾਲਣ, ਆਪਣੇ ਆਸ-ਪਾਸ ਜੋ ਹੋ ਰਿਹਾ ਵਾ ਉਹਦੇ ਵਿੱਚ ਆਪਣੀ ਯੋਗਦਾਨ ਪਾਉਣ। ਮੇਰਾ ਨਾਮ ਹੈ ਗੁਰਪ੍ਰੀਤ ਕੌਰ, ਤਾਂ ਮੈਂ ਪਿੰਡ ਨਾਗਲਾਂ ਦੀ ਰਹਿਣ ਵਾਲੀ ਹਾਂ ਅਤੇ ਮੈਂ ਸਟਿਚਿੰਗ ਦੀ ਟ੍ਰੇਨਿੰਗ KVK ਤੋਂ ਲਈ ਸੀ, ਜੋ ਕਿ ਮੇਰੇ ਲਈ ਬਹੁਤ ਹੀ ਵਧੀਆ ਰਹੀ ਆ। ਉਹਦੇ ਰਾਹੀਂ ਮੈਂ ਖੁਦ ਸਟਿਚਿੰਗ ਕਰਦੀ ਹਾਂ, ਆਪਣਾ ਖਰਚਾ ਖੁਦ ਕੱਢਦੀ ਹਾਂ। ਸੋ ਇਹ ਬਹੁਤ ਹੀ ਵਧੀਆ ਰਿਹਾ ਮੇਰੇ ਲਈ, ਐਕਸਪੀਰੀਅੰਸ ਬਹੁਤ ਵਧੀਆ ਆ। ਮੈਂ ਇੱਕ ਐਗਰੀਕਲਚਰ ਪਰਿਵਾਰ ਤੋਂ ਬਿਲੋਂਗ ਕਰਦੀ ਹਾਂ, ਤੋ ਇਹਦੇ ਨਾਲ ਮੈਨੂੰ ਬਹੁਤ ਹੀ ਕੌਨਫੀਡੈਂਸ ਆ ਰਿਹਾ ਹੈ ਕਿ ਮੈਂ ਖੁਦ ਲਾਈਫ 'ਚ ਕੁਛ ਕਰ ਸਕਦੀ ਹਾਂ। ਮੈਂ +2 ਕੀਤੀ ਆ, ਸੋ +2 ਤੋਂ ਬਾਅਦ ਮੈਂ ਆਪਣੀ ਸਟਿਚਿੰਗ ਦੀ ਲਾਈਨ 'ਚ ਚਲੀ ਗਈ ਸੀ ਅਤੇ ਇਸ ਕਰਕੇ ਹੁਣ ਮੈਨੂੰ ਇਹ ਸਿਲਾਈ ਕਢਾਈ ਬਹੁਤ ਵਧੀਆ ਲੱਗਦੀ ਆ। ਤਾਂ ਹੁਣ ਮੈਂ ਫੈਸ਼ਨ ਡਿਜ਼ਾਇਨਿੰਗ ਦਾ ਕੋਰਸ ਕਰ ਰਹੀ ਹਾਂ। ਉਹਦੇ ਨਾਲ ਮੈਂ ਘਰ ਖੁਦ ਦੀ ਸਟਿਚਿੰਗ ਵੀ ਕਰਦੀ ਹਾਂ, ਜਿਹਦੇ ਰਾਹੀਂ ਮੇਰਾ ਖਰਚਾ ਨਿਕਲ ਰਿਹਾ ਬਹੁਤ ਵਧੀਆ। ਮੈਂ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਵੀ ਕਾਫੀ ਟ੍ਰੇਨਿੰਗ ਲੈ ਚੁੱਕੀ ਹਾਂ, ਕੁਕਿੰਗ ਦੀ ਟ੍ਰੇਨਿੰਗ ਲਈ ਆ, ਤਾਂ ਮੈਂ ਪੇਂਟਿੰਗ ਵੀ ਸਿੱਖੀ ਆ ਅਤੇ ਉਹਦੇ ਰਾਹੀਂ ਮੈਂ ਆਪਣੀ ਖੁਦ ਡਰੈਸ ਵੀ ਪੇਂਟ ਕਰਦੀ ਹਾਂ। ਤਾਂ ਹੋਮ ਡੈਕੋਰੇਸ਼ਨ ਦਾ ਵੀ ਕੁਛ ਸਮਾਨ ਰੈਡੀ ਕਰ ਰਹੀ ਹਾਂ, ਮੈਂ ਇੱਥੋਂ ਸਿੱਖਦੀ ਹਾਂ, ਜਿੱਦਾਂ ਮੈਨੂੰ ਟੀਚਰ ਸਿਖਾਉਂਦੇ ਆ, ਬਹੁਤ ਵਧੀਆ ਸਿਖਾਉਂਦੇ ਆ। ਹੁਣ ਅੰਤਰਰਾਸ਼ਟਰੀ ਜੋ ਦਿਵਸ ਮਨਾਇਆ ਜਾ ਰਿਹਾ ਉਹ ਬਹੁਤ ਵਧੀਆ ਹੈ ਲੜਕੀਆਂ ਲਈ। ਇਹਦੇ ਰਾਹੀਂ ਲੜਕੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਕੁਛ ਕਰਨਾ ਚਾਹੀਦਾ ਆਪਣੀ ਲਾਈਫ ਵਿੱਚ। ਮੈਂ ਪਰਮਵੀਰ ਕੌਰ ਮਜੀਠੇ ਦੀ ਰਹਿਣ ਵਾਲੀ। ਮੈਂ ਇੰਜੀਨੀਅਰਿੰਗ ਤੋਂ ਬਾਅਦ ਸ਼ਾਰਟ ਕੋਰਸਿਸ ਜਿਹੜੇ ਇੱਥੇ ਹੁੰਦੇ ਸੀਗੇ ਉਹਨਾਂ 'ਚ ਅਪਲਾਈ ਕੀਤਾ ਹੈ। ਇੱਥੇ ਦੇ ਟੀਚਰਸ ਬਹੁਤ ਵਧੀਆ ਸਿਖਾਉਂਦੇ ਨੇ। ਮੈਂ ਇੱਧਰੋਂ ਬੇਕਰੀ ਦਾ, ਐਮਬਰੋਇਡਰੀ ਦਾ, ਪੇਂਟਿੰਗ ਦਾ, ਹੋਰ ਵੀ ਛੋਟੇ ਛੋਟੇ ਜਿਹੜੇ ਹਫ਼ਤੇ 14 ਦਿਨਾਂ ਵਾਲੇ ਕੋਰਸਿਸ ਹੁੰਦੇ ਨੇ, ਮੈਮ ਦੱਸਦੇ ਨੇ, ਸਾਨੂੰ ਇਨਫੋਰਮ ਕਰਦੇ ਰਹਿੰਦੇ ਨੇ ਅਤੇ ਅਸੀਂ ਨਾਲ ਦੇ ਨਾਲ ਸਿੱਖਦੇ ਰਹਿੰਦੇ ਹਾਂ। ਅੱਜ ਦਾ ਜਿਹੜਾ ਅੰਤਰਰਾਸ਼ਟਰੀ ਦਿਵਸ ਮਨਾਇਆ ਜਾ ਰਿਹਾ, ਮੈਂ ਚਾਹੁੰਦੀ ਹਾਂ ਕਿ ਸਾਰੀਆਂ ਲੜਕੀਆਂ, ਬੱਚੀਆਂ, ਲੇਡੀਜ਼ ਪਿੰਡਾਂ ਦੀਆਂ ਨਿਕਲ ਕੇ ਅੱਗੇ ਆਉਣ। ਵੈਸੇ ਵੀ ਜਿਹੜੇ ਕੋਰਸਿਸ ਕਰਾਉਂਦੇ ਨੇ ਇਹਦੀ ਕੋਈ ਸਟੱਡੀ ਲਿਮਿਟ ਨਹੀਂ ਹੈਗੀ, ਇਹ ਸਾਰੇ ਕਰ ਸਕਦੇ ਨੇ ਅਤੇ ਸਿੱਖੋ, ਵਧੋ, ਆਪਣੀ ਲਾਈਫ ਦਾ ਕੋਈ ਪ੍ਰੋਫੈਸ਼ਨ ਬਣਾਓ। ਮੇਰਾ ਨਾਮ ਸਿਮਰਜੀਤ ਕੌਰ ਹੈ। ਮੈਂ ਨਾਗਲਾਂ ਦੀ ਰਹਿਣ ਵਾਲੀ ਹਾਂ। ਕ੍ਰਿਸ਼ੀ ਵਿਗਿਆਨ ਯੂਨੀਵਰਸਿਟੀ ਵਿੱਚ ਆ ਕੇ ਮੈਨੂੰ ਕਾਫੀ ਹੀ ਕੁਝ ਸਿੱਖਣ ਨੂੰ ਮਿਲਿਆ ਹੈ। ਮੈਂ ਹਾਊਸ ਵਾਈਫ ਹੀ ਹਾਂ। ਹਾਊਸ ਵਾਈਫ ਦੇ ਨਾਲ ਮੈਂ ਘਰ ਵਿੱਚ ਘਰੇਲੂ ਬਗੀਚੀ ਲਗਾ ਕੇ ਇੱਥੋਂ ਕਿੱਟਾਂ ਖੜ ਕੇ ਸਬਜ਼ੀ ਦੀ ਬਿਜਾਈ ਕਰਦੀ ਹਾਂ ਅਤੇ ਸਿਲਾਈ ਦਾ ਵੀ ਕੰਮ ਕਰਦੀ ਹਾਂ, ਕਰੋਸ਼ੀਆ, ਸਵੈਟਰ ਬਣਾਉਣ ਦੇ ਵੀ ਸਾਰੇ ਕੰਮ ਕਰਦੀ ਹਾਂ ਹਾਊਸ ਵਾਈਫ ਦੇ ਨਾਲ ਨਾਲ। ਅੰਤਰਰਾਸ਼ਟਰੀ ਪੇਂਡੂ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਵਿੱਚ ਮੈਂ ਇਹੀ ਸਾਰੀਆਂ ਮਹਿਲਾ ਆਪਣੀਆਂ ਭੈਣਾਂ ਨੂੰ ਸਲਾਹ ਦੇਣਾ ਚਾਹੁੰਦੀ ਹਾਂ ਕਿ ਸਾਰੇ ਘਰ ਦੇ ਕੰਮ ਵੀ ਕਰੋ ਅਤੇ ਨਾਲ ਹੀ ਆਪਣੇ ਮਾਲ ਡੰਗਰ ਸਾਂਭ ਕੇ ਸਾਰੇ ਹੀ ਆਪਣੇ ਘਰ ਦੇ ਖਰਚੇ ਥੋੜ੍ਹੀ ਲਾਗਤ ਲਾ ਕੇ ਅਸੀਂ ਕੱਢ ਸਕਦੇ ਹਾਂ। ਮੇਰੀਆਂ ਸਾਰੀਆਂ ਹੀ ਇਹ ਭੈਣਾਂ ਨੂੰ ਬੇਨਤੀ ਹੈ ਕਿ ਕ੍ਰਿਸ਼ੀ ਵਿਗਿਆਨ ਯੂਨੀਵਰਸਿਟੀ ਵਿੱਚ ਆ ਕੇ ਆਪਣੇ ਸਾਰੇ ਕਾਰੋਬਾਰ ਸਿੱਖ ਕੇ ਆਪਣੇ ਵੱਧ ਤੋਂ ਵੱਧ ਮੁਨਾਫਾ ਕਮਾ ਸਕਦੇ ਹਾਂ। ਮੇਰਾ ਨਾਮ ਹਰਦੀਸ਼ ਕੌਰ, ਪਿੰਡ ਹਮਜਾ, ਬਲਾਕ ਮਜੀਠਾ ਤੋਂ ਹਾਂ। ਮੈਂ ਔਰ ਮੇਰੇ ਹਸਬੈਂਡ ਅਸੀਂ ਦੋਨੋਂ ਹੀ ਖੇਤੀ ਕਰਦੇ ਹਾਂ। ਮੇਰੇ ਹਿਸਾਬ ਨਾਲ ਖੇਤੀ ਇੱਕ ਬਹੁਤ ਹੀ ਲਾਹੇਵੰਦ ਧੰਦਾ ਹੈ ਅਗਰ ਅਸੀਂ ਇਸ ਨੂੰ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਕਰੀਏ। ਅਸੀਂ ਦੋਵੇਂ ਹਸਬੈਂਡ ਵਾਈਫ ਪੜ੍ਹੇ ਲਿਖੇ ਹੋ ਕੇ ਵੀ ਸਾਨੂੰ ਨੌਕਰੀਆਂ ਮਿਲਣ ਦੇ ਬਾਵਜੂਦ ਅਸੀਂ ਖੇਤੀ ਨਾਲ ਜੁੜੇ ਹੋਏ ਹਾਂ।
ਕਿਉਂਕਿ ਵਿਹਲੇ ਰਹਿਣ ਨਾਲੋਂ ਚੰਗਾ ਕਿ ਆਪਾਂ ਆਪਣੀ ਮਿਹਨਤ ਕਰਕੇ ਆਪਣੀ ਕਮਾਈ ਕਰੀਏ ਤੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰੀਏ। ਅਸੀਂ ਸਬਜ਼ੀਆਂ ਉਗਾਉਂਦੇ ਹਾਂ, ਨਾਲ ਹੀ ਸਾਡਾ ਨਰਸਰੀ ਫਾਰਮ ਹੈ। ਅਸੀਂ ਦੋਵੇਂ ਜੀ ਮੋਢੇ ਨਾਲ ਮੋਢਾ ਜੋੜ ਕੇ ਪੂਰੀ ਤਨਦੇਹੀ ਨਾਲ ਮਿਹਨਤ ਕਰਦੇ ਹਾਂ। ਸਬਜ਼ੀਆਂ ਵਿੱਚ ਅਸੀਂ ਜਿਵੇਂ ਗਰਮੀਆਂ ਦੀਆਂ ਸਬਜ਼ੀਆਂ ਟਮਾਟਰ, ਭਿੰਡੀ, ਗੋਭੀ ਆਦਿਕ ਲਾਉਂਦੇ ਹਾਂ, ਔਰ ਸਰਦੀਆਂ ਵਿੱਚ ਮਟਰ, ਆਲੂ, ਗੋਭੀ ਹਰ ਇੱਕ ਤਰ੍ਹਾਂ ਦੀਆਂ ਸਬਜ਼ੀਆਂ ਅਸੀਂ ਉਗਾਉਂਦੇ ਅਤੇ ਮੰਡੀਕਰਨ ਕਰਦੇ ਹਾਂ। ਸਾਡਾ ਟਮਾਟਰ ਤਕਰੀਬਨ ਹੀ ਮਿੱਲਾਂ ਵਿੱਚ ਜਾਂਦਾ ਹੈ ਅਤੇ ਵਧੀਆ ਅਸੀਂ ਇਨਕਮ ਕਰਦੇ ਹਾਂ। ਔਰ ਅਸੀਂ ਨਰਸਰੀ ਵੀ ਤਿਆਰ ਕਰਦੇ ਹਾਂ। ਨਰਸਰੀ ਵਿੱਚ ਜਿਵੇਂ ਕਿ ਟਮਾਟਰ, ਗੋਭੀ, ਬੈਂਗਣ ਔਰ ਮਿਰਚ ਦੀ ਨਰਸਰੀ ਤਿਆਰ ਕਰਦੇ ਹਾਂ। ਤਿਆਰ ਹੋਈ ਨਰਸਰੀ ਪਹਿਲੀ ਵਿੱਚੋਂ ਹੀ ਸਾਰੇ ਜਾਣੇ ਲੈ ਜਾਂਦੇ ਹਨ ਔਰ ਵਧੀਆ ਸਾਰਿਆਂ ਨੂੰ ਬੀਜ ਪੈਦਾ ਕਰਕੇ ਦੇਈਦੇ ਆ। ਵਧੀਆ ਸਾਨੂੰ ਇਨਕਮ ਹੋ ਰਹੀ ਆ। ਔਰ ਮੈਂ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਇਹੋ ਕਹਿਣਾ ਚਾਹੁੰਦੀ ਹਾਂ ਕਿ ਔਰਤਾਂ ਕਿਸੇ ਤੋਂ ਪਿੱਛੇ ਨਹੀਂ ਹਨ। ਜਿਵੇਂ ਕਿ ਕਈ ਪਾਇਲਟ ਬਣ ਗਈਆਂ, ਕਈ ਪੜ੍ਹ ਲਿਖ ਕੇ ਵਧੀਆ ਡਾਕਟਰ, ਇੰਜੀਨੀਅਰ ਬਣ ਗਈਆਂ ਨੇ, ਅਤੇ ਪਰ ਜਿਹੜੀਆਂ ਆਪਾਂ ਪੜ੍ਹੀਆਂ ਲਿਖੀਆਂ ਵੀ ਆਪਾਂ ਨੂੰ ਕੋਈ ਫੀਲਡ ਵਿੱਚ ਜੋਬ ਨਹੀਂ ਮਿਲੀ, ਆਪਾਂ ਘੱਟੋ ਘੱਟ ਆਪਣੇ ਹਸਬੈਂਡ ਦੇ ਨਾਲ ਆਪਣਾ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਪ੍ਰਾਈਵੇਟ ਜੋਬ ਕਰਨ ਨਾਲੋਂ ਚੰਗਾ ਵਾ ਆਪਾਂ ਵੀ ਵਧੀਆ ਆਪਣੀਆਂ ਪੈਲੀਆਂ ਵਿੱਚ ਕੰਮ ਕਰਵਾਈਏ। ਆਪਣੀ ਘੱਟੋ ਘੱਟ ਆਪਣੀ ਵੀ ਲੇਬਰ ਦੇ ਉੱਤੇ ਹੀ ਹੋ ਕੇ ਆਪਣਾ ਇੰਨਾ ਕੁ ਸਿਰਦਰਦੀ ਲਈਏ ਕਿ ਆਪਣਾ ਬਾਹਰ ਕੋਈ ਕੰਮ ਚੱਲਣ ਡਿਆ ਵਾ। ਇਹਦੇ ਨਾਲ ਘੱਟੋ ਘੱਟ ਆਪਣਾ ਵੀ ਨੁਕਸਾਨ ਤਾਂ ਨਹੀਂ ਹੋਏਗਾ, ਲਾਹੇਵੰਦ ਹੀ ਕੰਮ ਚੱਲੇਗਾ। ਮੇਰਾ ਨਾਮ ਵੀਰਪਾਲ ਕੌਰ ਹੈ। ਮੈਂ ਜੰਡਿਆਲਾ ਗੁਰੂ ਦੇਵੀਦਾਸਪੁਰ ਦੇ ਰਹਿਣ ਵਾਲੀ ਹਾਂ। ਜਦੋਂ ਮੇਰੇ ਹਸਬੈਂਡ ਬਾਹਰ ਜਾਂਦੇ ਨੇ ਉਦੋਂ ਮੈਂ ਆਪਣੇ ਪਸ਼ੂਆਂ ਦੀ ਵੀ ਕੇਅਰ ਕਰਦੀ ਹਾਂ, ਤਾਂ ਆਪਣੇ ਖੇਤਾਂ ਵਿੱਚ ਵੀ ਜਾ ਕੇ ਉਹਨਾਂ ਦੇ ਨਾਲ ਹੱਥ ਵਟਾਉਂਦੀ ਹਾਂ। ਇਸ ਤੋਂ ਇਲਾਵਾ ਮੈਂ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਮੈਂ ਕਾफ़ੀ ਟ੍ਰੇਨਿੰਗ ਲਈਆਂ ਨੇ ਔਰ ਮੈਂ ਅਚਾਰ, ਮੁਰੱਬੇ, ਸ਼ਰਬਤ, ਸਟਿਚਿੰਗ ਦਾ ਵੀ ਮੈਂ ਕੰਮ ਕਰਦੀ ਹਾਂ। ਮੈਂ ਘਰੇ ਵੀ ਖੁਦ ਲੜਕੀਆਂ ਨੂੰ ਸਿਖਾਉਣ ਦਾ ਕੰਮ ਕਰਦੀ ਹਾਂ। ਉਹ ਮੇਰੇ ਕੋਲ ਕਾफ़ੀ ਟ੍ਰੇਨਿੰਗ ਲੈ ਰਹੀਆਂ ਨੇ ਤਾਂ ਔਰ ਆਪਣਾ ਭਵਿੱਖ ਵਧੀਆ ਬਣਾ ਰਹੀਆਂ ਨੇ। ਮੇਰੇ ਹਸਬੈਂਡ ਸਬਜ਼ੀਆਂ ਦੀ ਖੇਤੀ ਕਰਦੇ ਨੇ, ਮੈਂ ਉਹਨਾਂ ਦੇ ਨਾਲ ਕਾफ़ੀ ਹੱਥ ਵਟਾਉਂਦੀ ਹਾਂ। ਔਰ ਜਦੋਂ ਬਾਹਰ ਜਾਂਦੇ ਨੇ, ਬਾਹਰ ਮੰਡੀ ਜਾਂਦੇ ਆ ਜਾਂ ਕਿਤੇ ਵੀ ਬਾਹਰ ਕੰਮ ਲਈ ਜਾਂਦੇ ਆ, ਤਾਂ ਮੈਂ ਉਹਨਾਂ ਦੇ ਮਗਰੋਂ ਸਾਰੀ ਕੇਅਰ ਖੁਦ ਕਰਦੀ ਹਾਂ, ਕਿਉਂਕਿ ਮੇਰੇ ਬੱਚੇ ਖੁਦ ਛੋਟੇ ਆ ਅਤੇ ਮੈਂ ਉਹਨਾਂ ਦੇ ਨਾਲ ਪੂਰਾ ਹੱਥ ਵਟਾਉਂਦੀ ਹਾਂ। ਮੈਂ ਆਪਣੀਆਂ ਸਾਰੀਆਂ ਭੈਣਾਂ ਨੂੰ ਇਹੀ ਬੇਨਤੀ ਕਰਦੀ ਹਾਂ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਹੈ, ਤੋ ਜੋ ਵੀ ਮੇਰੀਆਂ ਭੈਣਾਂ ਨੇ ਸਾਰੀਆਂ ਸੁਣ ਰਹੀਆਂ ਨੇ, ਉਹਨਾਂ ਨੂੰ ਮੈਂ ਇਹੀ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਉਹ ਆਪਣੇ ਹਸਬੈਂਡ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪੂਰੀ ਤਰ੍ਹਾਂ ਕੰਮ ਕਰਨ ਅਤੇ ਉਹ ਆਪਣਾ ਭਵਿੱਖ ਜਿਹੜਾ ਹੈ ਉਹਨੂੰ ਵਧੀਆ ਬਣਾਉਣ। ਮੇਰਾ ਨਾਮ ਰੀਨਾ ਹੈ। ਮੈਂ ਅਜਨਾਲਾ ਤੋਂ ਬਿਲੋਂਗ ਕਰਦੀ ਹਾਂ। ਮੈਂ ਕ੍ਰਿਸ਼ੀ ਵਿਗਿਆਨ ਤੋਂ ਟ੍ਰੇਨਿੰਗ ਲੈ ਰਹੀ ਹਾਂ। ਮੈਨੂੰ ਸਟਿਚਿੰਗ ਦੀ ਟ੍ਰੇਨਿੰਗ, ਬੇਕਰੀ ਦੀ ਟ੍ਰੇਨਿੰਗ ਔਰ ਪੇਂਟਿੰਗ ਦੀ ਟ੍ਰੇਨਿੰਗਸ ਲਈ ਹੋਈ ਆ ਅਤੇ ਮੈਂ ਆਪਣਾ ਕੰਮ ਥੋੜ੍ਹਾ ਘਰ ਵਿੱਚ ਕਰਦੀ ਰਹਿੰਦੀ ਹਾਂ। ਮੈਂ ਘਰ ਵਿੱਚ ਘਰੇਲੂ ਬਗੀਚੀ ਕਰਦੀ ਹਾਂ, ਜਿਵੇਂ ਕਿ ਕਿੰਨੂ ਦੇ ਬੂਟੇ ਹੋਏ, ਲਸਣ ਹੋ ਗਿਆ, ਪਾਲਕ ਹੋ ਗਈ ਜਾਂ ਫਿਰ ਮੇਥੀ ਵਗੈਰਾ ਹੋ ਗਈ। ਉਸ ਤੋਂ ਬਾਅਦ ਮੇਥੀ ਨੂੰ ਕੱਟ ਕੇ ਉਹਨੂੰ ਡਰਾਈ ਵੀ ਕਰ ਲੈਂਦੇ ਹਾਂ ਔਰ ਪਾਲਕ ਨੂੰ ਵੀ ਡਰਾਈ ਕਰਦੇ ਹਾਂ ਔਰ ਧਨੀਏ ਨੂੰ ਵੀ ਡਰਾਈ ਕਰਦੇ ਹਾਂ। ਉਸ ਤੋਂ ਬਾਅਦ ਜਦੋਂ ਇਹਦਾ ਸੀਜ਼ਨ ਆਫ ਹੋ ਜਾਂਦਾ ਵਾ, ਫਿਰ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ। ਅੱਜ ਜਿਹੜਾ ਅੰਤਰਰਾਸ਼ਟਰੀ ਮਹਿਲਾ ਦਿਵਸ ਆ, ਇਹਨੂੰ ਮਨਾਉਣਾ ਚਾਹੀਦਾ ਸਾਨੂੰ ਔਰ ਲੜਕੀਆਂ ਔਰ ਲੇਡੀਜ਼ ਨੂੰ ਵੀ ਇਹ ਕੰਮ 'ਚ ਅੱਗੇ ਆਉਣਾ ਚਾਹੀਦਾ ਵਾ ਕਿ ਆਪਾਂ ਘਰੇਲੂ ਬਗੀਚੀ ਔਰ ਫਾਰਮਿੰਗ ਵਿੱਚ ਸਾਨੂੰ ਹੈਲਪ ਕਰਨੀ ਚਾਹੀਦੀ ਆ। ਖੇਤੀਬਾੜੀ ਦੇ ਸਾਰੇ ਮਹੱਤਵਪੂਰਨ ਕੰਮ ਬੀਜ ਦੀ ਸੰਭਾਲ, ਖੇਤੀ ਖਰਚੇ, ਦਾਣਿਆਂ ਦੀ ਸੰਭਾਲ, ਦੁਧਾਰੂ ਪਸ਼ੂਆਂ ਦੀ ਸੰਭਾਲ, ਫਸਲਾਂ ਦੀ ਦੇਖ-ਰੇਖ, ਦੁੱਧ ਅਤੇ ਹੋਰ ਖੇਤੀ ਉਪਜ ਤੋਂ ਪਦਾਰਥ ਬਣਾਉਣੇ ਆਦਿ ਵਰਗੇ ਮਹੱਤਵਪੂਰਨ ਕੰਮ ਹਮੇਸ਼ਾ ਔਰਤਾਂ ਵੱਲੋਂ ਹੀ ਕਾਮਯਾਬੀ ਨਾਲ ਕੀਤੇ ਜਾਂਦੇ ਰਹੇ ਨੇ। ਇੱਕ ਅੰਦਾਜ਼ੇ ਮੁਤਾਬਕ ਇੱਕ ਸਧਾਰਨ ਪੇਂਡੂ ਬੇਜ਼ਮੀਨੇ ਪਰਿਵਾਰ ਦੀ ਔਰਤ ਰੋਜ਼ਾਨਾ 10 ਤੋਂ 11 ਘੰਟੇ ਖੇਤਾਂ ਵਿੱਚ ਕੰਮ ਕਰਦੀ ਏ। ਇਸੇ ਤਰ੍ਹਾਂ ਖੇਤੀ ਪਰਿਵਾਰ ਨਾਲ ਜੁੜੀਆਂ ਔਰਤਾਂ ਦਾ ਵੀ ਖੇਤੀ ਦੇ ਕੰਮਾਂ ਵਿੱਚ ਹਮੇਸ਼ਾ ਨੁਮਾਇਆ ਰੋਲ ਹੀ ਰਿਹਾ ਏ। ਪਰ ਬਦਕਿਸਮਤੀ ਨਾਲ ਸਾਡੇ ਪੁਰਸ਼ ਪ੍ਰਧਾਨ ਸਮਾਜ ਨੇ ਔਰਤ ਦੇ ਇਸ ਕੰਮ ਨੂੰ ਬਹੁਤ ਘੱਟ ਹੀ ਸਨਮਾਨਿਤ ਮੰਚ ਪ੍ਰਦਾਨ ਕੀਤਾ ਏ। ਸੁਖਵਿੰਦਰਬੀਰ ਕੌਰ ਗਿੱਲ, ਕ੍ਰਿਸ਼ੀ ਵਿਗਿਆਨ ਕੇਂਦਰ ਅੰਮ੍ਰਿਤਸਰ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਅੱਜ ਅੰਮ੍ਰਿਤਸਰ ਵਿਖੇ ਆਪਾਂ ਜਿਹੜਾ ਹੈਗਾ ਅੰਤਰਰਾਸ਼ਟਰੀ ਪੇਂਡੂ ਮਹਿਲਾ ਦਿਵਸ ਮਨਾ ਰਹੇ ਹਾਂ। ਇਸ ਵਿੱਚ ਜਿਹੜਾ ਮੇਨ ਇਹਦਾ ਉਦੇਸ਼ ਹੈਗਾ ਹੈ ਕਿ ਪੇਂਡੂ ਔਰਤਾਂ ਨੂੰ ਆਪਾਂ ਜਿਹੜਾ ਵਾਤਾਵਰਨ ਅੱਜ ਕੱਲ੍ਹ ਚੱਲ ਰਿਹਾ ਹੈਗਾ ਕਿ ਵਾਤਾਵਰਨ 'ਚ ਥੋੜ੍ਹਾ ਜਿਹਾ ਖਰਾਬੀ ਚੱਲ ਰਹੀ ਹੈ, ਉਹਨੂੰ ਕਿਵੇਂ ਸਹੀ ਜਿਹੜਾ ਕਰ ਸਕਦੇ ਹਾਂ, ਉਹਦੇ ਵਿੱਚ ਸਾਡੀਆਂ ਜਿਹੜੀਆਂ ਪੇਂਡੂ ਔਰਤਾਂ ਨੇ ਉਹਨਾਂ ਦਾ ਬਹੁਤ ਜ਼ਿਆਦਾ ਯੋਗਦਾਨ ਹੁੰਦਾ ਹੈ। ਇਹ ਜਿਹੜਾ 1995 ਤੋਂ ਸ਼ੁਰੂ ਕੀਤਾ ਹੈ ਸੀ ਕਿ ਪੇਂਡੂ ਮਹਿਲਾ
ਦਿਵਸ ਮਨਾਉਣਾ ਚਾਹੀਦਾ ਹੈ, ਤਾਂ ਕਿ ਸਾਡੇ ਜਿਹੜੇ ਹੈਗਾ ਯੂਨਾਈਟਿਡ ਨੇਸ਼ਨ ਵਾਲਿਆਂ ਨੂੰ ਵੀ ਪਤਾ ਚੱਲੇ, ਜਾਗਰੂਕ ਹੋਣ ਕਿ ਪੇਂਡੂ ਔਰਤਾਂ ਵਾਸਤੇ ਆਪਾਂ ਕੀ ਕੁਝ ਕਰ ਸਕਦੇ ਹਾਂ। ਉਹਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਹੜਾ ਹੈਗਾ ਕ੍ਰਿਸ਼ੀ ਵਿਗਿਆਨ 'ਚ ਅਲੱਗ-ਅਲੱਗ ਤਰ੍ਹਾਂ ਦੀਆਂ ਟ੍ਰੇਨਿੰਗ ਦਿੱਤੀਆਂ ਜਾਂਦੀਆਂ ਨੇ, ਜਿਸ ਵਿੱਚ ਜਿਹੜੀਆਂ ਸਾਡੀਆਂ ਪੇਂਡੂ ਭੈਣਾਂ ਨੇ ਉਹਨਾਂ ਦਾ ਬਹੁਤ ਜ਼ਿਆਦਾ ਯੋਗਦਾਨ ਹੁੰਦਾ ਹੈ ਕਿ ਉਹ ਜੋ ਵੀ ਆਪਾਂ ਫਸਲ ਬੀਜਦੇ ਹਾਂ, ਜਿਵੇਂ ਕਣਕ ਝੋਨਾ ਲਗਾਉਂਦੇ ਹਾਂ, ਉਸ ਤੋਂ ਬਾਅਦ ਜਿਹੜਾ ਕਣਕ ਝੋਨਾ ਘਰ ਲੈ ਕੇ ਆਈਦਾ ਹੈ ਅਤੇ ਘਰ ਲਿਆ ਕੇ ਜਿਹੜੀਆਂ ਭੈਣਾਂ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਸਾਂਭ ਸੰਭਾਲ ਕਰਦੀਆਂ ਨੇ। ਸਾਂਭ ਸੰਭਾਲ ਤੋਂ ਬਾਅਦ ਉਹਨਾਂ ਨੇ ਸਾਰਾ ਸਾਲ ਜਿਹੜਾ ਹੈਗਾ ਉਹਦੇ ਤੋਂ ਕਿਵੇਂ ਜਿਹੜੇ ਚੀਜ਼ਾਂ ਤਿਆਰ ਕਰਕੇ ਆਪਣੇ ਬੱਚਿਆਂ ਨੂੰ ਵਧੀਆ ਪੋਸ਼ਣ ਦੇਣ ਵਾਸਤੇ ਜਿਹੜਾ ਉਹਨਾਂ ਤੋਂ ਸਮਾਨ ਤਿਆਰ ਕੀਤਾ ਜਾਂਦਾ ਹੈ। ਕਈ ਜਗ੍ਹਾ 'ਤੇ ਜਿਹੜਾ ਹੈ ਲੇਡੀਜ਼ ਅਜੇ ਵੀ ਜਿਹੜੀਆਂ ਔਰਤਾਂ ਨੇ ਉਹ ਆਪ ਚੱਕੀ ਆਟਾ ਪੀਸ ਕੇ ਅਤੇ ਕੋਈ ਵੀ ਦਾਲ ਆ ਉਹਨੂੰ ਪੀਸ ਕੇ ਖੁਦ ਜਿਹੜੇ ਹੈਗੇ ਨੇ ਪ੍ਰੋਡਕਟ ਤਿਆਰ ਕਰਦੀਆਂ ਨੇ। ਇਸ ਤਰ੍ਹਾਂ ਹੀ ਜਿਹੜਾ ਹੈਗਾ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿੱਚ ਜਿਵੇਂ ਬੇਕਰੀ ਦੀ ਟ੍ਰੇਨਿੰਗ ਆ, ਬੇਕਰੀ ਦੇ ਵਿੱਚ ਜਿਹੜਾ ਹੈਗਾ ਕਿ ਆਪਾਂ ਇੱਕ ਤਾਂ ਮੈਦੇ ਤੋਂ ਜਾਂ ਆਟੇ ਤੋਂ ਹੀ ਪ੍ਰੋਡਕਟ ਬਣਾਉਂਦੇ ਹਾਂ, ਪਰ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿੱਚ ਇਸ ਤੋਂ ਇਲਾਵਾ ਵੀ ਜਿਹੜੇ ਸਾਡੇ ਹੈਗੇ ਨੇ ਬਾਜਰਾ, ਰਾਗੀ, ਓਟਸ, ਉਹਨਾਂ ਨੂੰ ਵੀ ਆਪਾਂ ਕਿਵੇਂ ਆਪਣੀ ਰੋਜ਼ਾਨਾ ਜਿਹੜੀ ਹੈਗੀ ਆ ਭੋਜਨ ਦੇ ਵਿੱਚ ਕਿਵੇਂ ਸ਼ਾਮਲ ਕਰ ਸਕਦੇ ਹਾਂ, ਉਹਦੀ ਟ੍ਰੇਨਿੰਗ ਦਿੱਤੀ ਜਾਂਦੀ ਆ। ਉਹ ਵੀ ਜਿਹੜੀਆਂ ਕਿਸਾਨ ਬੀਬੀਆਂ ਭੈਣਾਂ ਨੇ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਆਪਾਂ ਆਪਣੇ ਭੋਜਨ ਦੀ ਗੁਣਵੱਤਾ ਵਧਾਉਣ ਵਾਸਤੇ ਕਿਵੇਂ ਇਹਦੇ ਵਿੱਚ ਐਡ ਕਰ ਸਕਦੇ ਹਾਂ ਕਿ ਰੋਜ਼ ਆਪਣਾ ਜਿਹੜਾ ਹੈਗਾ ਹੈ ਕਿ ਆਪਣੇ ਬੱਚਿਆਂ ਦਾ ਜਿਹੜਾ ਪੋਸ਼ਣ ਵਧੀਆ ਹੋ ਸਕੇ। ਜਿਹੜਾ ਅੰਤਰਰਾਸ਼ਟਰੀ ਪੇਂਡੂ ਦਿਵਸ ਹੈਗਾ, ਇਹਦੇ ਵਿੱਚ ਜਿਹੜਾ ਹੈਗਾ ਮੇਨ ਆਪਾਂ ਜਿਹੜਾ ਵਾਤਾਵਰਨ ਦੇ ਵਿੱਚ ਅੱਜ ਕੱਲ੍ਹ ਜੋ ਕਿ ਮਾੜਾ ਕਿ ਇੱਕ ਕੀਟਾਣੂ ਕਰੋਨਾ ਦੇ ਵਿੱਚ ਆਉਣ ਕਰਕੇ ਆਪਣੀ ਸਿਹਤ 'ਤੇ ਕਾਫੀ ਜਿਹੜਾ ਅਸਰ ਪੈ ਰਿਹਾ ਹੈ, ਅਤੇ ਉਹਦੇ ਵਿੱਚ ਆਪਾਂ ਕਿਹੜੇ ਪ੍ਰੋਡਕਟ ਜਿਹੜੇ ਆ ਤਿਆਰ ਕੀਤੇ ਜਾਣ, ਉਹ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਆ। ਉਹਦੇ ਵਿੱਚ ਅਸੀਂ ਆਮਲਾ, ਵਿਟਾਮਿਨ ਸੀ ਨੂੰ ਧਿਆਨ 'ਚ ਰੱਖ ਕੇ ਆਮਲਾ ਤੋਂ ਜਿਹੜੀਆਂ ਚੀਜ਼ਾਂ ਤਿਆਰ ਹੁੰਦੀਆਂ ਨੇ, ਉਹਦੇ ਨਾਲ ਨਾਲ ਇੱਕ ਕਰੌਂਦਾ ਜਿਹੜਾ ਕਿ ਬੜਾ ਹੀ ਆਮ ਪਿੰਡਾਂ ਦੇ ਵਿੱਚ ਲਾਏ ਹੁੰਦੇ ਨੇ, ਬਹੁਤ ਹੀ ਸਸਤਾ ਹੈਗਾ, ਉਹਦੇ ਤੋਂ ਆਪਾਂ ਕਿਹੜੀਆਂ ਚੀਜ਼ਾਂ ਤਿਆਰ ਕਰ ਸਕਦੇ ਹਾਂ, ਚਟਨੀ, ਮੁਰੱਬਾ, ਉਹ ਵੀ ਆਪਾਂ ਆਪਣੀ ਰੋਜ਼ਾਨਾ ਭੋਜਨ ਦੇ ਵਿੱਚ ਸ਼ਾਮਲ ਕਰੀਏ ਤਾਂ ਕਿ ਆਪਣੀ ਜਿਹੜੀ ਆ ਇਮਿਊਨਿਟੀ ਆ ਉਹ ਜਿਹੜੀ ਆ ਵਧਾਈ ਜਾ ਸਕੇ। ਇਸ ਤੋਂ ਇਲਾਵਾ ਅਸੀਂ ਜਿਹੜੀਆਂ ਹੈਗੀਆਂ ਕਿ ਫੈਬਰਿਕ ਪੇਂਟਿੰਗ ਦੇ ਨਾਲ ਜਿਹੜੀਆਂ ਟ੍ਰੇਨਿੰਗ ਹੈ ਉਹ ਦਿੱਤੀ ਜਾਂਦੀ ਹੈ। ਉਹਦੇ 'ਚ ਫੈਬਰਿਕ ਪੇਂਟਿੰਗ ਹੁੰਦੀ ਆ, ਬਲੌਕ ਪ੍ਰਿੰਟਿੰਗ ਹੁੰਦੀ ਹੈ, ਨਾਲ ਹੀ ਉਹਦੇ ਜਿਹੜਾ ਵਾਲ ਪੇਂਟਿੰਗ ਵਗੈਰਾ ਦੇ ਵਿੱਚ ਵੀ ਜਿਹੜੀਆਂ ਅਸੀਂ ਆਪਣੀਆਂ ਜਿਹੜੀਆਂ ਪੇਂਡੂ ਔਰਤਾਂ ਹੈ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਹਾਂ। ਇਹ ਜਿਹੜੀਆਂ ਟ੍ਰੇਨਿੰਗ ਹੈਗੀਆਂ ਨੇ ਇਹ ਬਿਲਕੁਲ ਹੀ ਤੁਹਾਨੂੰ ਫ੍ਰੀ ਦਿੱਤੀਆਂ ਜਾਂਦੀਆਂ ਨੇ, ਇਹਦੇ ਵਿੱਚ ਕੋਈ ਫੀਸ ਨਹੀਂ ਲੱਗਦੀ। ਟ੍ਰੇਨਿੰਗ ਦੇਣ ਤੋਂ ਬਾਅਦ ਜਿਹੜਾ ਯੂਨੀਵਰਸਿਟੀ ਵੱਲੋਂ ਇੱਕ ਸਰਟੀਫਿਕੇਟ ਦਿੱਤਾ ਜਾਂਦਾ ਹੈ, ਇਹ ਸਰਟੀਫਿਕੇਟ ਦਿਖਾ ਕੇ ਆਪਾਂ ਜਿਹੜਾ ਕੰਮ ਸ਼ੁਰੂ ਕਰਨਾ ਹੈ ਉਹਦੇ ਵਿੱਚ ਆਪਾਂ ਪੰਜਾਬ ਸਰਕਾਰ ਤੋਂ ਜਿਹੜੇ ਵੀ ਲੋਨ ਹੈਗੇ ਨੇ ਉਹ ਆਪਾਂ ਲੈ ਸਕਦੇ ਹਾਂ ਬੈਂਕ ਦੇ ਨਾਲ ਮਿਲ ਕੇ, ਕਿ ਪਿੰਡਾਂ ਦੇ ਵਿੱਚ ਜਿਹੜੀਆਂ ਲੇਡੀਜ਼ ਕੰਮ ਕਰਦੀਆਂ ਨੇ ਉਹਨਾਂ ਨੂੰ ਕਿਹੜੇ ਲੋਨ ਮਿਲ ਸਕਦੇ ਨੇ ਉਹਦੇ ਬਾਰੇ ਜਾਣਕਾਰੀ ਅਸੀਂ ਦਿੰਦੇ ਹੈਗੇ ਆ। ਇੱਥੇ ਬੈਂਕ ਤੋਂ ਆ ਕੇ ਉਹ ਦੱਸਦੇ ਨੇ ਅਤੇ ਉਹ ਆਪਣਾ ਕੰਮ ਸ਼ੁਰੂ ਕਰ ਸਕਦੀਆਂ ਨੇ। ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿੱਚ ਜਿਹੜੀਆਂ ਹੈਗੀਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਜਿਹੜੇ ਸਬਜ਼ੀਆਂ ਦੇ ਬੀਜ ਆ ਉਹ ਵੀ ਤਿਆਰ ਕੀਤੇ ਜਾਂਦੇ ਆ, ਅਤੇ ਉਹਦੀਆਂ ਕਿੱਟ ਜਿਹੜੀਆਂ ਹੈਗੀਆਂ ਉਹ ਆਪਾਂ ਪਿਛਲੇ ਮਹੀਨੇ ਜਿਹੜਾ ਇੱਕ ਨਿਊਟ੍ਰੀਸ਼ਨ ਮੰਥ ਮਨਾਇਆ ਗਿਆ, ਉਹਦੇ ਵਿੱਚ ਕਈ ਕਿਸਾਨ ਬੀਬੀਆਂ ਨੂੰ ਜਿਹੜੀਆਂ ਮੁਫਤ ਜਿਹੜੀਆਂ ਕਿੱਟਾਂ ਦਿੱਤੀਆਂ ਗਈਆਂ ਅਤੇ ਉਹਨਾਂ ਨੇ ਸਬਜ਼ੀਆਂ ਦੀ ਬਿਜਾਈ ਵੀ ਕੀਤੀ। ਅਤੇ ਆਪਾਂ ਚਾਹੁੰਦੇ ਹੈਗੇ ਕਿ ਉਹਦੀ ਵੀ ਟ੍ਰੇਨਿੰਗ ਜਿਹੜੀ ਹੈਗੀ ਹੈ ਯੂਨੀਵਰਸਿਟੀ 'ਚ ਦਿੱਤੀ ਜਾਂਦੀ ਹੈ ਕਿ ਕਿਵੇਂ ਤੁਸੀਂ ਸਬਜ਼ੀਆਂ ਆਪਣੇ ਕਿਚਨ ਗਾਰਡਨ ਘਰ ਦੇ ਵਿੱਚ ਛੋਟਾ ਜਿਹਾ ਬਣਾ ਕੇ ਅਤੇ ਖੁਦ ਦੀਆਂ ਸਬਜ਼ੀਆਂ ਤਿਆਰ ਕਰਕੇ ਅਤੇ ਉਹਨਾਂ ਤੋਂ ਕਿਹੜੀਆਂ ਚੀਜ਼ਾਂ ਬਣਾ ਸਕਦੇ ਹੋ ਉਹਦੇ ਬਾਰੇ, ਅਤੇ ਨਾਲ ਹੀ ਜਿਹੜਾ ਕਿ ਆਪਾਂ ਇੱਕ ਬਿਨਾਂ ਦਵਾਈਆਂ ਅਤੇ ਖਾਦਾਂ ਤੋਂ ਜਿਹੜੀ ਆ ਸਬਜ਼ੀ ਕਿਵੇਂ ਘਰ 'ਚ ਤਿਆਰ ਕਰ ਸਕਦੇ ਹਾਂ ਉਹਦੇ ਬਾਰੇ ਵੀ ਜਾਣਕਾਰੀ ਜਿਹੜੀ ਆ ਯੂਨੀਵਰਸਿਟੀ ਵੱਲੋਂ ਦਿੱਤੀ ਜਾਂਦੀ ਹੈ। ਅਤੇ ਉਹਦੇ ਵਿੱਚ ਵੀ ਮੈਂ ਕਹਿੰਦੀ ਹਾਂ ਕਿ ਸਾਡੀਆਂ ਵੱਧ ਤੋਂ ਵੱਧ ਔਰਤਾਂ ਭੈਣਾਂ, ਕਿਉਂਕਿ ਇਹ ਸਾਰੇ ਕੰਮ ਜਿਹੜੇ ਹੈਗੇ ਆ ਜ਼ਿਆਦਾ ਲੇਡੀਜ਼ ਔਰ ਹੀ ਕਰਦੀਆਂ ਨੇ, ਜੈਂਟਸ ਜਿਹੜੇ ਨੇ ਹੋਰ ਵੀ ਕੰਮ ਬਹੁਤ ਹੁੰਦੇ ਨੇ, ਇਸ ਕਰਕੇ ਉਹਨਾਂ ਨੇ ਸਾਰਾ ਦਿਨ ਘਰ ਰਹਿਣਾ ਹੁੰਦਾ ਅਤੇ ਘਰ ਰਹਿ ਕੇ ਉਹਨਾਂ ਨੇ ਸਬਜ਼ੀ ਜਿਹੜੀ ਆ ਉਹਨੂੰ ਪਾਣੀ ਦੇਣਾ ਜਾਂ ਉਹਦੇ 'ਚ ਦੇਖਣਾ ਵੀ ਕਿਹੜੀ ਮਾੜੀ ਚੀਜ਼ ਆ ਜਾਂ ਜਿਹੜੀ ਪੱਕ ਚੁੱਕੀ ਆ ਉਹਨੂੰ ਆਪਾਂ ਕਦੋਂ ਤੋੜਨਾ ਹੈਗਾ, ਉਹਦੇ ਬਾਰੇ ਜਿਹੜਾ ਹੈਗਾ ਕਿ ਔਰਤਾਂ ਨੂੰ ਬਹੁਤ ਜ਼ਿਆਦਾ ਲੋੜ ਹੈ ਕਿ ਉਹ ਗਾਂਹ ਵੱਧ ਕੇ ਆਉਣ। ਪਹਿਲੀਆਂ ਜਿਹੜੀਆਂ ਸਾਡੀਆਂ ਔਰਤਾਂ ਸੀ ਉਹ ਕਾਫੀ ਇਸ ਤਰ੍ਹਾਂ ਦੇ ਕੰਮ ਕਰਦੀਆਂ ਸੀ ਵੀ ਘਰ ਦੇ ਵਿੱਚ ਹੀ ਸਾਰੇ ਕੰਮ, ਜਿਵੇਂ ਕਿ ਬਾਹਰੋਂ ਕਣਕ ਲੈ ਕੇ ਆਂਦੀ ਉਹਦੀ ਸਾਂਭ ਸੰਭਾਲ ਕਿਵੇਂ ਕਰਨੀ, ਉਹਨੂੰ ਭੜੋਲਿਆਂ 'ਚ ਪਾਉਣਾ, ਫਿਰ ਹਰ ਮਹੀਨੇ ਉਹਦੇ 'ਚੋਂ ਕੱਢ ਕੇ ਆਪਾਂ ਪਸਾਈ ਕਰਾਉਣੀ, ਸਾਰਾ ਕੁਛ ਜਿਹੜਾ ਸੀ ਉਹ ਕਰਦੀਆਂ ਸੀ। ਪਰ ਜਿਹੜੀ ਹੁਣ ਜਨਰੇਸ਼ਨ ਹੈਗੀ ਆ
ਇਸ ਟਾਈਮ ਹੈਗੀ ਆ, ਮੈਂ ਉਹਨਾਂ ਨੂੰ ਵੀ ਇਹ ਦੱਸਣਾ ਚਾਹੁੰਦੀ ਹਾਂ ਕਿ ਆਪਾਂ ਨੂੰ ਜਿੰਨਾ ਆਪਾਂ ਜਿਹੜੇ ਆ ਘਰ ਦੀਆਂ ਚੀਜ਼ਾਂ ਖਾਵਾਂਗੇ ਜਾਂ ਘਰ ਵਿੱਚ ਜੋ ਵੀ ਆਉਂਦਾ ਉਹਦੀ ਕਿਵੇਂ ਸਾਂਭ ਸੰਭਾਲ ਕਰਨੀ ਆ ਉਹਦੇ ਬਾਰੇ ਜਾਣਕਾਰੀ ਲੈਣੀ ਹੋਵੇ ਤੇ ਤੁਸੀਂ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਜ਼ਰੂਰ ਆਓ। ਇਸ ਤਰ੍ਹਾਂ ਕ੍ਰਿਸ਼ੀ ਵਿਗਿਆਨ ਕੇਂਦਰ 'ਚ ਜਿਹੜੀ ਅਚਾਰ, ਚਟਨੀ, ਮੁਰੱਬੇ ਇਹਦੀ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਜਿਵੇਂ ਤੁਸੀਂ ਸਬਜ਼ੀਆਂ ਬੀਜੋਗੇ ਨਾਲ ਹੀ ਤੁਸੀਂ ਲਸਣ ਦੀ ਬਿਜਾਈ ਕਰ ਸਕਦੇ ਹੋ। ਲਸਣ ਦੇ ਜਿਹੜੇ ਆ ਬਹੁਤ ਅੱਛੇ ਪ੍ਰੋਡਕਟ ਬਣਦੇ ਹੈਗੇ ਨੇ, ਅੱਜ ਕੱਲ੍ਹ ਇਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਤੇ ਤੁਸੀਂ ਉਹਦੀ ਵੀ ਜਿਹੜੀ ਆ ਟ੍ਰੇਨਿੰਗ ਲੈ ਸਕਦੇ ਹੋ। ਅੰਤਰਰਾਸ਼ਟਰੀ ਪੇਂਡੂ ਮਹਿਲਾ ਦਿਵਸ 'ਤੇ ਮੈਂ ਆਪਣੀਆਂ ਭੈਣਾਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਜੋ ਵੀ ਤੁਸੀਂ ਘਰ ਵਿੱਚ ਕੰਮ ਕਰਦੇ ਹੋ ਉਹਨੂੰ ਹੋਰ ਵਧੀਆ ਢੰਗ ਨਾਲ ਜਾਂ ਮਤਲਬ ਕਿ ਉਹਨੂੰ ਕਿਸ ਤਰ੍ਹਾਂ ਆਪਾਂ ਵਧੀਆ ਕਰ ਸਕਦੇ ਹਾਂ, ਉਹ ਕ੍ਰਿਸ਼ੀ ਵਿਗਿਆਨ ਕੇਂਦਰ ਅੰਮ੍ਰਿਤਸਰ ਨਾਲ ਮਿਲ ਕੇ ਤੁਸੀਂ ਉਸ ਤੋਂ ਵਧੀਆ ਮਤਲਬ ਕਿ ਕਰ ਸਕਦੇ ਹੋ। ਤੇ ਮੇਰਾ ਭੈਣਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਤੁਸੀਂ ਇਸ ਵਿੱਚ ਹਿੱਸਾ ਲਓ ਤੇ ਆਪਣਾ ਆਲਾ ਦੁਆਲਾ ਵਾਤਾਵਰਨ ਜਿਹੜਾ ਉਹ ਸਾਫ਼ ਸੁਥਰਾ ਰੱਖੋ ਤਾਂ ਕਿ ਆਪਾਂ ਜਿਹੜੀ ਵੀ ਵਾਤਾਵਰਨ ਦੇ ਵਿੱਚ ਜਿਹੜੇ ਕੀਟਾਣੂ ਆਏ ਹੋਏ ਨੇ ਉਹਨਾਂ ਨੂੰ ਜਿਹੜਾ ਹੈ ਉਹਨਾਂ ਤੋਂ ਬਚ ਸਕੀਏ ਤੇ ਆਪਣੇ ਜਿਹੜੇ ਪਰਿਵਾਰ ਨੂੰ ਆ ਉਹਨੂੰ ਚੰਗੀ सेहत दे सकिए। मेरा नाम डॉक्टर रमिंदर कौर है। मैं कृषि विज्ञान केंद्र नागकलां अमृतसर विखे बतौर फसल विज्ञानी काम कर रही हाँ। अज जो असी इंटरनेशनल डे फॉर रूरल वूमेंस मना रहे हैं, पेंडू औरतों वास्ते जो अंतरराष्ट्रीय दिवस मना रहे हैं, ਉਹਦੇ ਵਿੱਚ ਮੈਂ ਇਹੀ ਦੱਸਣਾ ਚਾਹਾਂਗੀ ਕਿ ਕਿਸਾਨ ਬੀਬੀਆਂ ਦਾ ਖੇਤੀਬਾੜੀ ਵਿੱਚ ਬਹੁਤ ਹੀ ਇੰਪੋਰਟੈਂਟ ਰੋਲ ਹੈ। ਆਪਣੇ ਜਿਵੇਂ ਕ੍ਰਿਸ਼ੀ ਵਿਗਿਆਨ ਕੇਂਦਰ ਹਰ ਜ਼ਿਲ੍ਹੇ ਵਿੱਚ ਖੁੱਲ੍ਹੇ ਨੇ, ਇੱਥੇ ਕਿਸਾਨ ਬੀਬੀਆਂ ਨੂੰ ਅਸੀਂ ਕਿਸਾਨ ਵੀਰਾਂ ਦੇ ਨਾਲ ਸਾਰੀਆਂ ਟ੍ਰੇਨਿੰਗਾਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਨੇ, ਜਿਨ੍ਹਾਂ ਵਿੱਚੋਂ ਮੁੱਖ ਹੈਗਾ ਹੈ ਡੇਅਰੀ ਦਾ, ਪਸ਼ੂ ਪਾਲਣ ਦਾ ਹੋ ਗਿਆ, ਆਪਣਾ ਖੁੰਬਾਂ ਦੀ ਕਾਸ਼ਤ ਹੈ, ਮਧੂਮੱਖੀਆਂ ਦਾ ਪਾਲਣ ਹੈ, ਔਰ ਹੋਮ ਸਾਇੰਸ ਦੇ ਵਿਸ਼ੇ ਵਿੱਚ ਬੀਬੀਆਂ ਨੂੰ ਅਚਾਰ, ਚਟਨੀਆਂ, ਮੁਰੱਬੇ ਔਰ ਸਿਲਾਈ ਕਢਾਈ ਬਾਰੇ ਜਿਹੜਾ ਦੱਸਿਆ ਜਾਂਦਾ ਹੈ। ਜਿਵੇਂ ਕਿ ਆਪਣੇ ਘਰਾਂ ਵਿੱਚ ਇੱਕ ਆਮ ਟ੍ਰੈਂਡ ਹੈ ਕਿ ਸਾਰੀਆਂ ਲੜਕੀਆਂ ਨੂੰ ਰੋਟੀ ਪਾਣੀ ਬਣਾਉਣਾ ਆਉਣਾ ਚਾਹੀਦਾ ਹੈ, ਸਿਲਾਈ ਕਢਾਈ ਦਾ ਕੰਮ ਆਉਣਾ ਚਾਹੀਦਾ। ਸਾਡਾ ਜਿਹੜਾ ਇਹੀ ਹੁਨਰ ਹੈ ਇਹ ਸਾਡੇ ਵਾਸਤੇ ਇੱਕ ਕਮਾਈ ਦਾ ਸਾਧਨ ਬਣ ਸਕਦਾ ਹੈ। ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈ, ਸਾਡੀ ਜ਼ਮੀਨ ਛੋਟੀ ਹੁੰਦੀ ਜਾ ਰਹੀ ਹੈ, ਆਮਦਨ ਦੇ ਸਾਧਨ ਘਟਦੇ ਜਾ ਰਹੇ ਆ। ਉਸ ਆਮਦਨ ਵਧਾਉਣ ਵਿੱਚ ਕਿਸਾਨ ਬੀਬੀਆਂ ਜਿਹੜੀਆਂ ਨੇ ਉਹ ਇੱਕ ਬਹੁਤ ਹੀ ਇੰਪੋਰਟੈਂਟ ਰੋਲ ਜਿਹੜਾ ਵਾ ਉਹ ਨਿਭਾ ਸਕਦੀਆਂ ਨੇ। ਜਿਹੜੇ ਕਿਸਾਨ ਵੀਰ ਜਿਨ੍ਹਾਂ ਕੋਲ ਜ਼ਮੀਨ ਥੋੜ੍ਹੀ ਹੈ, 4 ਤੋਂ 5 ਏਕੜ ਨੇ, ਉਹਨਾਂ ਵਿੱਚ ਜਿਹੜੀਆਂ ਸਾਡੀਆਂ ਕਿਸਾਨ ਬੀਬੀਆਂ ਨੇ ਉਹ ਆਪਣੇ ਘਰ ਵਾਲਿਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਨਕਮ ਵਧਾਉਣ 'ਚ ਬਹੁਤ ਵਧੀਆ ਰੋਲ ਕਰ ਸਕਦੀਆਂ ਨੇ। ਇਹਦੇ ਵਿੱਚ ਮੈਂ ਛੋਟੀ ਜਿਹੀ ਗੱਲ ਕਰਨਾ ਚਾਹਾਂਗੀ ਕਿ ਜਿੰਨਾ ਕਿਸਾਨ ਬੀਬੀਆਂ ਕੋਲ ਹੁਨਰ ਹੈ, ਕੋਈ ਡੇਅਰੀ ਦਾ ਜਾਂ ਆਪਣਾ ਕਹਿ ਲਓ ਵੀ ਉਹ ਆਪਣੇ ਖੁੰਭ ਪਾਲਣ ਵਿੱਚ ਬਿਲਕੁਲ ਐਕਸਪਰਟ ਨੇ, ਉਹਨਾਂ ਨੇ ਟ੍ਰੇਨਿੰਗਾਂ ਲਈਆਂ ਹੋਈਆਂ ਨੇ, ਉਹ ਨਾਲ ਨਾਲ ਕੀ ਕਰ ਸਕਦੀਆਂ ਕਿ ਜਿਵੇਂ ਕਨਾਲ 2 ਕਨਾਲ ਥਾਂ ਦੇ ਵਿੱਚ ਜੇ ਸਬਜ਼ੀ ਦੀ ਕਾਸ਼ਤ ਕਰਨ ਅਤੇ ਉਸ ਤੋਂ ਬਾਅਦ ਜਿਵੇਂ ਸ਼ਹਿਰਾਂ ਦੇ ਵਿੱਚ ਸਬਜ਼ੀਆਂ ਦੀ, ਜ਼ਹਿਰ ਮੁਕਤ ਸਬਜ਼ੀਆਂ ਦੀ ਅਤੇ ਦੁੱਧ ਦੀ ਬਹੁਤ ਡਿਮਾਂਡ ਹੈ। ਜਦੋਂ ਆਪਾਂ ਪਿੰਡਾਂ ਦੇ ਵਿੱਚ ਆਪਣੀ ਡੇਅਰੀ 'ਤੇ ਦੁੱਧ ਪਾਈਦਾ ਅਤੇ ਕੋਈ ਵੀ ਰੇਟ ਜਿਹੜਾ ਉਹ ਨਹੀਂ ਮਿਲਦਾ। ਜੇ ਕਿਸਾਨ ਆਪਣੇ ਮਾਰਕੀਟਿੰਗ ਖੁਦ ਕਰਨ ਇਸ ਵਾਸਤੇ ਵੀ ਸ਼ਹਿਰਾਂ 'ਚ ਜੇ ਆਪਾਂ ਇੱਕ ਅੱਧੀਆਂ ਕਲੋਨੀ ਦੇ ਨਾਲ ਟਾਈ ਅਪ ਹੋ ਜੇ, ਉੱਥੇ ਸਬਜ਼ੀਆਂ ਅਤੇ ਦੁੱਧ ਦੀ ਜੇ ਸਪਲਾਈ ਕੀਤੀ ਜਾਵੇ ਤਾਂ ਉਹ ਇਨਕਮ ਵਧਣ ਦਾ ਬਹੁਤ ਵਧੀਆ ਇੱਕ ਤਰੀਕਾ ਹੋ ਜਾਂਦਾ। ਅਤੇ ਉਸ ਕੇਸ ਦੇ ਵਿੱਚ ਸਾਡੀਆਂ ਜਿਹੜੀਆਂ ਕਿਸਾਨ ਬੀਬੀਆਂ ਨੇ ਉਹਨਾਂ ਦਾ ਰੋਲ ਜਿਹੜਾ ਉਹ ਮੁੱਖ ਹੈ ਵੀ ਸਬਜ਼ੀ ਨੂੰ ਤੋੜਨਾ, ਪੈਕ ਕਰਨਾ, ਦੁੱਧ ਚੋਣਾ, ਉਹਦਾ ਸਾਫ਼ ਸਫਾਈ ਕਰਨੀ। ਇਹ ਜਿਹੜੇ ਆ ਸਾਡੀਆਂ ਕਿਸਾਨ ਬੀਬੀਆਂ ਨੇ ਉਹ ਤਾਂ ਸ਼ੁਰੂ ਤੋਂ ਹੀ ਕਰਦੀਆਂ ਆ ਰਹੀਆਂ ਨੇ। ਅੱਗੇ ਜਦੋਂ ਝੋਨੇ ਲੱਗਣੇ ਅਤੇ ਰੋਟੀ ਪਾਣੀ ਜਿਹੜੀ ਸੀ ਉਹ ਦੀ ਜ਼ਿੰਮੇਵਾਰੀ ਆਪਣੀ ਬੀਬੀਆਂ ਦੀ ਹੁੰਦੀ ਸੀ, ਉਹਨਾਂ ਨੇ ਪਕਾਉਣੀ, ਉਹਨਾਂ ਨੇ ਹੀ ਖੇਤਾਂ 'ਚ ਪਹੁੰਚਾਉਣੀ। ਅੱਜ ਚਲੋ ਆਪਾਂ ਉਹ ਪੈਸੇ ਦੇ ਕੇ, ਵੱਧ ਲਵਾਈ ਦੇ ਕੇ ਉਹ ਕੰਮ ਘਟ ਗਿਆ ਹੈ। ਫਿਰ ਜਦੋਂ ਸਾਡੇ ਘਰਾਂ 'ਚ ਦਾਣੇ ਆਣੇ, ਅਗਲੇ ਸਾਲ ਦੀ ਖਾਣ ਵਾਸਤੇ ਤਾਂ ਰੱਖਣੇ, ਪਲੱਸ ਜਿਹੜਾ ਅਗਲੇ ਸਾਲ ਆਪਾਂ ਬੀਜਣਾ ਉਹਦੀ ਸਾਂਭ ਸੰਭਾਲ ਵੀ ਜਿਹੜੀ ਆ ਉਹ ਸਾਡੀ ਬੀਬੀਆਂ ਦੇ ਹੀ ਹਿੱਸੇ ਆਉਂਦੀ ਆ ਅਤੇ ਉਹਨਾਂ ਕੋਲ ਇਹ ਸਾਰਾ ਹੁਨਰ ਹੈ। ਸਿਰਫ ਲੋੜ ਇਹੀ ਹੈ ਕਿ ਉਸ ਹੁਨਰ ਨੂੰ ਆਪਾਂ ਇੱਕ ਸਹੀ ਡਾਇਰੈਕਸ਼ਨ ਦਈਏ ਤਾਂ ਕਿ ਜਿਹੜੀ ਸਾਡੇ ਇਨਕਮ ਦਾ ਸਾਧਨ ਹੈ ਉਹ ਬਹੁਤ ਵਧੀਆ ਹੋ ਸਕੇ। ਜਿਵੇਂ ਕਹਿ ਲਓ ਕਿ ਪਿੰਡਾਂ ਦੇ ਵਿੱਚ ਜ਼ਮੀਨ, ਛੋਟੇ ਜ਼ਮੀਂਦਾਰ ਨੇ, ਉਹ 3-4 ਘਰ ਇਕੱਠੇ ਮਿਲ ਕੇ ਆਪਣਾ ਇੱਕ ਵੱਖਰਾ ਗਰੁੱਪ ਬਣਾ ਸਕਦੇ ਨੇ। ਉਸ ਗਰੁੱਪ ਦੇ ਵਿੱਚ ਸਬਜ਼ੀ ਪਾਲਣ ਤੋਂ, ਬੀਜ ਉਤਪਾਦਨ ਤੋਂ ਲੈ ਕੇ ਡੇਅਰੀ ਦਾ, ਖੁੰਭ ਪਾਲਣ ਦਾ ਲੈ ਕੇ ਇੱਥੋਂ ਤੱਕ ਕਿ ਆਪਣੇ ਘਰਾਂ ਦੀਆਂ 4-5 ਲੜਕੀਆਂ, ਆਪਣੀਆਂ ਬੱਚੀਆਂ ਜੋ ਵੀ ਆ ਛੋਟੀ ਵਿਆਹੀਆਂ ਜਾਂ ਆਪਣੀਆਂ ਨੂੰਹਾਂ ਨੇ ਜਿਹੜੀਆਂ ਹਜੇ ਕੋਈ ਕੰਮ ਨਹੀਂ ਕਰਦੀਆਂ, ਉਹ ਸਿਲਾਈ ਕਢਾਈ ਦਾ ਕੰਮ ਸਿੱਖ ਕੇ ਬੁਟੀਕ ਦਾ ਕੰਮ ਵੀ ਜਿਹੜਾ ਉਹ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੀਆਂ ਨੇ। ਸਿਰਫ ਜ਼ਰੂਰਤ ਤਾਂ ਇਹੀ ਹੈ ਕਿ ਇੱਕ ਆਪਾਂ ਸਹੀ ਸਿਖਲਾਈ ਲਈਏ, ਆਪਣੇ ਬੱਚਿਆਂ ਨੂੰ ਪੜ੍ਹਾਈਏ ਅਤੇ ਇੱਕ ਰੁਜ਼ਗਾਰ ਦਾ ਸਾਧਨ ਜਿਹੜੇ ਉਹ ਸਾਡੇ ਕੋਲ ਹੈਗੇ ਨੇ ਉਹਨੂੰ ਸਿਰਫ ਇੱਕ ਤਰਾਸ਼ਣ ਦੀ ਲੋੜ ਹੈ।
ਜਦੋਂ ਸਾਨੂੰ ਇੱਕ ਸਹੀ ਦਿਸ਼ਾ ਮਿਲ ਜਾਂਦੀ ਹੈ ਤੇ ਜਿਹੜਾ ਸਾਡੀ ਇਨਕਮ ਹੈ ਉਹ ਆਰਾਮ ਨਾਲ ਵੱਧ ਸਕਦੀ ਹੈ। ਉਸ ਕੇਸ ਦੇ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਜਿਹੜੇ ਕਿ ਹਰ ਜ਼ਿਲ੍ਹੇ ਵਿੱਚ ਖੁੱਲ੍ਹੇ ਨੇ, ਜਿਹੜਾ ਕਿ ਅੰਮ੍ਰਿਤਸਰ ਦੇ ਵਿੱਚ ਜਿਹੜਾ ਨਾਗ ਕਲਾਂ ਪਿੰਡ ਵਿੱਚ ਹੈ, ਉਹ ਤੁਹਾਡੇ ਹਰ ਤਰੀਕੇ ਦੀ ਮਦਦ ਕਰਨ ਨੂੰ ਤਿਆਰ ਹੈ। ਫਸਲ ਵਿਗਿਆਨ ਹੋ ਗਿਆ, ਪੌਦ ਸੁਰੱਖਿਆ ਹੋ ਗਈ, ਸਬਜ਼ੀਆਂ ਦੀ ਕਾਸ਼ਤ ਹੋ ਗਈ, ਹੋਮ ਸਾਇੰਸ ਹੋ ਗਿਆ, ਇੱਥੋਂ ਤੱਕ ਕਿ ਜਿਹੜਾ ਫੂਡ ਪ੍ਰੋਸੈਸਿੰਗ ਦਾ ਵਿਸ਼ਾ, ਇਹਦੇ ਵੀ ਸਾਰੇ ਮਾਹਰ ਜਿਹੜੇ ਨੇ ਉਹ ਸਾਡੇ ਕੇਂਦਰ 'ਚ ਮੌਜੂਦ ਨੇ। ਉਹ ਤੁਹਾਨੂੰ ਸਮੇਂ-ਸਮੇਂ 'ਤੇ ਸਾਰੀਆਂ ਟ੍ਰੇਨਿੰਗਾਂ ਵੀ ਦੇ ਦੇਣਗੇ ਵੀ ਕਿਸ ਫਸਲ ਦੇ ਵਿੱਚ ਜਾਂ ਕਿਸ ਰੁਜ਼ਗਾਰ ਦੇ ਵਿੱਚ ਕਿੱਦਾਂ ਸ਼ੁਰੂ ਕਰਨਾ, ਕੀ ਮੁਸ਼ਕਲਾਂ ਨੇ ਤੇ ਉਹਨਾਂ ਦਾ ਕੀ ਹੱਲ ਹੈ। ਇਹ ਸਾਰਾ ਕੁਝ ਜਿਹੜਾ ਹੈ ਉਹ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਦੱਸਿਆ ਜਾਂਦਾ ਹੈ। ਇਹਨਾਂ ਸਾਰੀਆਂ ਔਰਤਾਂ ਦੀ ਖੇਤੀ ਵਿੱਚ ਯੋਗਦਾਨ ਸੰਬੰਧੀ ਆંકੜਿਆਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦੀਆਂ ਨੇ ਅਜਿਹੀਆਂ ਔਰਤਾਂ ਜੋ ਕਿ ਸਮਾਜ ਦੇ ਤਾਣੇ ਬਾਣੇ ਵਿੱਚ ਉੱਭਰਦੇ ਹੋਏ ਖੇਤੀਬਾੜੀ ਨਾਲ ਸਿੱਧੇ ਤੌਰ ਤੇ ਜੁੜਦੇ ਹੋਏ ਨੁਮਾਇਆ ਕਿਰਦਾਰ ਨਿਭਾਉਂਦੀਆਂ ਨੇ। ਸਾਡੇ ਖੇਤੀ ਖੇਤਰ ਵਿੱਚ ਅਜਿਹੀਆਂ ਵਿਲੱਖਣ ਉਦਾਹਰਨਾਂ ਸਾਡੇ ਲਈ ਪ੍ਰੇਰਨਾ ਸਰੋਤ ਤੋਂ ਘੱਟ ਨਹੀਂ ਨੇ। ਖੇਤੀ ਖੇਤਰ ਵਿੱਚ ਵੀ ਔਰਤਾਂ ਨੇ ਜਿਸ ਕਿਤੇ ਥਾਂ ਤੇ ਆਪਣੇ ਕੰਮ ਨੂੰ ਸਥਾਪਿਤ ਕੀਤਾ ਏ, ਉੱਥੇ ਕਾਮਯਾਬੀ ਦੇ ਝੰਡੇ ਗੱਡੇ ਨੇ। ਅਜਿਹੇ ਅਸੀਂ ਪਿੰਡੂ ਸਵਾਨੀਆਂ ਦੀ ਤਰ੍ਹਾਂ ਤੇ ਸਾਨੂੰ ਵੀ ਅਜਿਹਾ ਮਾਹੌਲ ਸਿਰਜਣਾ ਚਾਹੀਦਾ ਏ ਜਿਸ ਰਾਹੀਂ ਔਰਤਾਂ ਨੂੰ ਖੇਤੀ ਖੇਤਰ ਵਿੱਚ ਆਪਣੇ ਜੌਹਰ ਵਿਖਾਉਣ ਦਾ ਮੌਕਾ ਮਿਲੇ ਤੇ ਖੇਤੀ ਦੀ ਸਰਬਪੱਖੀ ਤਰੱਕੀ ਨੂੰ ਹੋਰ ਹੁੰਗਾਰਾ ਮਿਲੇ।